ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਦੀਨ ਦੁਨੀਆ ਦੇ ਵਾਲੀ, ਗਰੀਬ ਨਵਾਜ, ਸ਼ਬਦ ਗੁਰੂ ਜਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਤਖਤ ਤੇ ਬਿਰਾਜਮਾਨ ਦਸੋ ਪਾਤਸ਼ਾਹੀਆਂ ਦੀ ਜਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ, ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ, ਸਾ ਪਰਵਾਰ ਚੜਾਇਆ ਬੇੜੇ। ਰਹਾਉ ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ। ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਪਵਿੱਤਰ ਵਿਚਾਰ ਨੂੰ ਪ੍ਰਾਰੰਭ ਕਰਨਾ ਹੈ, ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਪਾਵਨ ਪਵਿੱਤਰ ਮਖਾਰ ਬਿੰਦ ਤੋਂ ਉਸਾਰਨ ਹੋਏ ਇਹ ਪਾਵਨ ਸ਼ਬਦ ਰਾਗ ਗੌੜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 337 ਦੇ ਉੱਪਰ ਸਬਾਏਮਾਨ ਹਨ। ਅੱਜ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇੱਕ ਗੱਲ ਸਮਝਾਉਣ ਲੱਗੇ। ਕਹਿਣ ਲੱਗੇ, ਭਾਈ ਹੈ ਮੇਰੀਏ ਜਿੰਦੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਇੱਕ ਬੜਾ ਵੱਡਾ ਸਵਾਲ
ਭਗਤ ਸਾਹਿਬ ਜੀ ਕਹਿੰਦੇ ਕਿ ਹੇ ਮੇਰੀਏ ਜਿੰਦੇ ਤੂੰ ਇਉਂ ਅਰਦਾਸ ਕਰਿਆ ਕਰ ਕਿ ਹੇ ਮੇਰੇ ਦਾਤਾ ਮੈਂ ਤੈਨੂੰ ਇਸ ਢੰਗ ਨਾਲ ਸਿਮਰਾਂ ਜਿਵੇਂ ਧਰੂ ਤੇ ਪ੍ਰਹਿਲਾਦ ਭਗਤ ਨੇ ਤੈਨੂੰ ਸਿਮਰਿਆ। ਹੁਣ ਸਵਾਲ ਖੜਾ ਹੋ ਗਿਆ ਵੀ ਇਸ ਧਰਤੀ ਦੇ ਉੱਤੇ ਇਸ ਮਾਤ ਲੋਕ ਤੇ ਭਗਤ ਬਹੁਤ ਹੋਏ ਕਿ ਕੇਵਲ ਧਰੂ ਤੇ ਪ੍ਰਹਿਲਾਦ ਹੀ ਭਗਤ ਹੋਏ ਨੇ? ਹੋਰ ਵੀ ਬੜੀ ਕਿਰਪਾ ਵਾਲੇ ਬੜੀ ਭਾਵਨਾ ਵਾਲੇ ਭਗਤ ਸਾਹਿਬ ਹੋਏ ਜਿਨ੍ਹਾਂ ਨੇ ਬੜੀ ਭਾਵਨਾ ਦੇ ਨਾਲ ਉਸ ਅਕਾਲ ਪੁਰਖ ਦਾਤੇ ਨੂੰ ਸਿਮਰਿਆ। ਪਰ ਭਗਤ ਕਬੀਰ ਸਾਹਿਬ ਜੀ ਨੇ ਇਹਨਾਂ ਦੋ ਭਗਤਾਂ ਦਾ ਨਾਮ ਕਿਉਂ ਲਿਆ, ਧਰੂ ਤੇ ਪ੍ਰਹਿਲਾਦ ਦਾ? ਕਿਸੇ ਹੋਰ ਦਾ ਵੀ ਨਾਂ ਲੈ ਸਕਦੇ ਸਨ, ਹੋਰ ਬੜੇ ਭਗਤ ਹੋਏ ਨੇ। ਇਹਨਾਂ ਦੋ ਭਗਤਾਂ ਦਾ ਨਾਮ ਹੀ ਕਿਉਂ ਲਿਆ ਗਿਆ? ਕਿਉਂ ਕਿਹਾ ਕਿ ਰਾਮ ਜਪੋ ਜੀ ਐਸੇ ਐਸੇ, ਹੇ ਮੇਰੀਏ ਜਿੰਦੇ ਜੇ ਦਾਤੇ ਨੂੰ ਜਪਣਾ, ਰਾਮ ਨੂੰ ਜਪਣਾ ਹੈ ਤੇ ਐਸ ਢੰਗ ਨਾਲ ਜਪੀ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜਿਵੇਂ ਧਰੂ ਨੇ ਤੇ ਪ੍ਰਹਿਲਾਦ ਨੇ ਜਪਿਆ। ਹੁਣ ਸਵਾਲ ਇਹ ਹੈ ਵੀ ਉਹਨਾਂ ਨੇ ਜਪਿਆ ਕਿਵੇਂ? ਪਹਿਲਾਂ ਇਹਦਾ ਉੱਤਰ ਇਹ ਆਪਾਂ ਕਰੀਏ ਕਿ ਇੱਕ ਦੀ ਉਮਰ 7 ਸਾਲ ਹੈ, ਇੱਕ ਦੀ ਉਮਰ ਕਿਸੇ ਨੇ 5 ਲਿਖੀ ਹੈ, ਕਿਸੇ ਨੇ 7, ਜਾਂ ਆਪਾਂ ਸਿੱਧੀ ਗੱਲ ਕਰੀਏ ਕਿ ਦੋਨਿਆਂ ਦਾ ਬਚਪਨ ਹੈ। 7 ਤੇ 9 ਸਾਲ ਦੀ, 5 ਜਾਂ 7 ਸਾਲ ਦੀ ਉਮਰ ਗਿਣੋ। ਹੁਣ ਇਸ ਉਮਰ ਦੇ ਵਿੱਚ ਠੋਕਰ ਲੱਗੀ, ਧਰੂ ਹੱਸਦਾ ਕਰ ਆਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਫੜ ਉਠਾਲਿਆ ਮਨ ਵਿੱਚ ਰੂਸ ਮਤਰੇਈ ਕੀਤਾ। ਕਹਿੰਦੇ ਧਰੂ ਆਪਣੇ ਪਿਤਾ ਅਤਾਨਪਦ ਰਾਜੇ ਹੋਏ ਨੇ, ਧਰੂ ਦੇ ਵਾਹਿਗੁਰੂ, ਬਾਹਰ ਬੱਚਿਆਂ ਨਾਲ ਖੇਡਦਾ ਖੇਡਦਾ ਆਪਣੇ ਪਿਤਾ ਦੀ ਬੁੱਕਲ ਵਿੱਚ ਆ ਕੇ ਬਹਿ ਗਿਆ। ਕੋਈ ਬੱਚਾ ਆਉਂਦਾ, ਪੋਤਰੇ ਨੇ ਸਾਡੇ, ਉਹ ਆਪਣੀਆਂ ਬੁੱਕਲਾਂ ਵਿੱਚ ਆ ਕੇ ਬੈਠਦੇ ਨੇ। ਹੁਣ ਰਾਜੇ ਅਤਾਨਪਦ ਦੀਆਂ 2 ਸ਼ਾਦੀਆਂ ਹੋਈਆਂ ਨੇ, ਇੱਕ ਦੇ ਵਿੱਚੋਂ ਧਰੂ ਹੈ, ਦੂਸਰੀ ਜਿਹੜੀ ਰਾਣੀ ਉਹਦੇ ਵਿੱਚੋਂ ਉੱਤਮ ਉਹ ਪੈਦਾ ਹੋਇਆ। ਜਦੋਂ ਭਗਤ ਧਰੂ ਭਗਤ ਜੀ ਆ ਕੇ ਆਪਣੇ ਪਿਤਾ ਦੀ ਝੋਲੀ ਗੋਦੀ ਵਿੱਚ ਬੈਠਦੇ ਨੇ ਤੇ ਜਿਹੜੀ ਮਤਰੇਈ ਮਾਂ ਹੈ ਉਹਨੇ ਬਾਹੋਂ ਫੜ ਕੇ ਤੇ ਉਹਨੂੰ ਉਠਾ ਦਿੱਤਾ ਉੱਥੋਂ, ਤੇ ਨਾਲ ਇਹ ਵੀ ਕਹਿੰਦਾ ਵੀ ਤੇਰਾ ਇੱਥੇ ਹੱਕ ਨਹੀਂ, ਇੱਥੇ ਨਾ ਤੂੰ ਬੈਠੀ, ਇੱਥੇ ਤਾਂ ਕੇਵਲ ਤੇ ਕੇਵਲ ਮੇਰਾ ਪੁੱਤਰ ਉੱਤਮ ਜਿਹੜਾ ਉਹ ਇਸਦਾ ਅਧਿਕਾਰੀ ਹੈ। ਕੋਮਲ ਮਨ ਹੈ ਬੱਚੇ ਦਾ, ਠੇਸ ਵੱਜੀ, ਕਹਿਣ ਲੱਗੇ, ਫਿਰ ਉੱਠ ਕੇ ਆਪਣੀ ਮਾਂ ਕੋਲ ਗਿਆ। ਇਹ ਭਗਤ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਕੱਢ ਉਠਾਲਿਆ ਮਨ ਵਿੱਚ ਰੋਸ ਮਤਰੇਈ ਕੀਤਾ। ਫਿਰ ਜਦੋਂ ਰੋਂਦਾ ਹੋਇਆ ਗਿਆ ਆਪਦੀ ਮਾਂ, ਡੱਡੋ ਹੁਲਿਕਾ ਮਾਂ ਪੁੱਛੇ ਤੂੰ ਸਵਾਣੀ ਕੇਸਰੀਤਾ। ਕਹਿੰਦੇ ਰੋਂਦਾ ਫਿਰ ਆਪਣੀ ਮਾਂ ਕੋਲ ਗਿਆ, ਕਹਿਣ ਲੱਗਿਆ, ਮਾਂ ਮੈਨੂੰ ਇੱਕ ਗੱਲ ਦੱਸ, ਤੂੰ ਨੌਕਰਾਣੀ ਹੈ ਕਿ ਤੂੰ ਪਟਰਾਣੀ ਹੈ? ਫਿਰ ਉਹਨੇ ਜਿਹੜਾ ਜਵਾਬ ਦਿੱਤਾ ਨਾ, ਇਸ ਕਰਕੇ 2.5 ਮਾਵਾਂ ਗਣੀਆਂ ਗਈਆਂ। ਧਿਆਨ ਦਿਓ ਜੇ ਕਥਾ ਵਾਲਾ ਜੀ, ਸੰਸਾਰ ਵਿੱਚ 2.5 ਮਾਵਾਂ ਗਿਣੀਆਂ ਜਾਂਦੀਆਂ ਨੇ, ਭਾਵ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰਿਆ, ਭਗਤੀ ਤੇ ਸਿਮਰਨ ਵਾਲੇ ਪਾਸੇ। ਫਿਰ ਉਹਨੇ ਜਵਾਬ ਦਿੱਤਾ, ਕਹਿੰਦੀ ਪੁੱਤਰ ਮੈਂ ਜਨਮ ਦੀ ਪਟਰਾਣੀ ਹਾਂ, ਕੋਈ ਇਹਦੇ ਵਿੱਚ ਸ਼ੱਕ ਨਹੀਂ, ਰਾਜੇ ਦੇ ਘਰ ਦਾ ਮੇਰਾ ਜਨਮ ਹੈ, ਰਾਜੇ ਦੇ ਘਰ ਦੇ ਵਿੱਚ ਵਿਆਹ ਕੇ ਮੈਂ ਆਈ, ਪਟਰਾਣੀ ਬਣ ਕੇ ਆਈ। ਕਹਿੰਦੇ ਫਿਰ ਤੇਰਾ ਹਾਲ ਨੌਕਰਾਣੀਆਂ ਵਾਲਾ ਕਿਉਂ ਬਣ ਗਿਆ?
ਕਹਿੰਦੀ ਇਹਦਾ ਕਾਰਨ ਮੈਂ ਤੈਨੂੰ ਦੱਸਦੀ ਆ। ਇਹਦਾ ਕਾਰਨ ਇਹ ਹੈ ਕਿ ਮੈਂ ਉਸ ਦਾਤੇ ਦੀ ਬੰਦਗੀ ਨਹੀਂ ਕੀਤੀ। ਧਿਆਨ ਦਿਓ, ਮੈਂ ਉਹਦਾ ਸਿਮਰਨ ਨਹੀਂ ਕੀਤਾ। ਇਸ ਕਰਕੇ ਮੈਂ ਰਾਣੀ ਹੁੰਦਿਆਂ ਪਟਰਾਣੀ ਹੁੰਦਿਆਂ ਵੀ ਨੌਕਰਾਣੀਆਂ ਵਰਗਾ ਮੇਰੀ ਹਾਲਤ ਹੋ ਗਈ ਆ। ਇੰਨੀ ਗੱਲ ਕਹੀ ਤੇ ਧਰੂ ਭਗਤ ਜੀ ਕਹਿਣ ਲੱਗੇ, ਫਿਰ ਮਾਂ ਮੈਨੂੰ ਰਾਜ ਕਿਵੇਂ ਮਿਲੇਗਾ? ਕਹਿੰਦੀ ਫਿਰ ਤੂੰ ਹੁਣ ਬੰਦਗੀ ਕਰ। ਬਚਪਨਾ ਹੈ, ਜੰਗਲ ਵੱਲ ਚੱਲਿਆ ਗਿਆ, ਬੰਦਗੀ ਕੀਤੀ, ਸਿਮਰਨ ਕੀਤਾ। ਕਥਾ ਲੰਮੀ, ਚਲੋ ਆਪਾਂ ਇਸ ਪਾਸੇ ਨਾ ਤੁਰ ਗਏ। ਆਪਾਂ ਸ਼ਬਦ ਲੈ ਲੈਂਦੇ ਆ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਭਗਤ ਸਾਹਿਬ ਜੀ ਕਹਿੰਦੇ ਵੀ ਭਲਿਆ ਜੇ ਤੂੰ ਜਪਣਾ ਹੈ ਤੇ ਆਹ ਢੰਗ ਵਰਤੀ ਜਿਵੇਂ ਧਰੂ ਨੇ ਤੇ ਪ੍ਰਹਿਲਾਦ ਨੇ ਜਪਿਆ। ਹੁਣ ਸਵਾਲ ਇਹ ਸੀ ਵੀ ਜਪਿਆ ਕਿਵੇਂ? ਪਹਿਲੀ ਗੱਲ ਕਿ ਇਹਨਾਂ ਦੀ ਉਮਰਾ ਬਚਪਨਾ ਹੈ, 7-9 ਸਾਲ ਦੀ ਉਮਰ ਹੈ ਦੋਨਾਂ ਦੀ। ਤੇ ਦੂਸਰੀ ਗੱਲ, ਭਰੋਸਾ ਬਹੁਤ ਸੀ। ਜਿਹੜਾ ਭਰੋਸੇ ਦਾ ਦਾਨ ਅਸੀਂ ਮੰਗਿਆ ਨਾ, 6ਵਾਂ ਦਾਨ ਮੰਗਦੇ ਹੁੰਦੇ ਅਸੀਂ ਭਰੋਸੇ ਦਾ, ਤੇ 7ਵਾਂ ਦਾਨ ਅਸੀਂ ਮੰਗਦੇ ਹੁੰਦੇ ਨਾਮ ਦਾ। ਤੇ ਇੱਕ ਗੱਲ ਇਹ ਵੀ ਚੇਤੇ ਰੱਖ ਲਓ, ਜੇ ਭਰੋਸਾ ਨਹੀਂ ਤੇ ਨਾਮ ਨਹੀਂ। ਜੇ ਭਰੋਸਾ ਸਾਡੇ ਕੋਲੇ ਨਹੀਂ ਤੇ ਨਾਮ ਦਾ ਦਾਨ ਵੀ ਨਹੀਂ ਹੋਵੇਗਾ। ਤੇ ਇਹਨਾਂ ਦੋਨਾਂ ਦੇ ਵਿੱਚ ਭਰੋਸਾ, ਧਰੂ ਤੇ ਪ੍ਰਹਿਲਾਦ ਦੇ ਅੰਦਰ ਭਰੋਸਾ ਇੰਨਾ ਸੀ ਕਿ ਉਸ ਭਰੋਸੇ ਕਰਕੇ, ਭਾਵਨਾ ਕਰਕੇ ਜਪਿਆ। ਤੇ ਭਗਤ ਸਾਹਿਬ ਜੀ ਕਹਿੰਦੇ, ਜਿੰਦੇ ਪਤਾ ਨਹੀਂ, ਮੈਂ ਕੱਲ ਬੇਨਤੀ ਕਰ ਰਿਹਾ ਸੀ ਕਥਾ 'ਚ ਵੀ ਹਮ ਆਦਮੀ ਹਾਂ ਇੱਕਦਮੇ ਮੋਹਲਤ ਮੋਤ ਨਾ ਜਾਣਾ। ਪਤਾ ਨਹੀਂ ਦੂਸਰਾ ਸਵਾਸ ਆਉਣਾ ਜਾਂ ਨਹੀਂ ਆਉਣਾ। ਮਤ ਇਹ ਗੱਲ ਸੋਚਿਆ ਕਰ, ਕੋਈ ਨਹੀਂ ਆ ਪੁੱਤ ਵਿਆਹ ਲਈਏ ਫੇਰ ਅੰਮ੍ਰਿਤ ਛਕ ਲਾਂਗੇ, ਪੋਤਰਾ ਵਿਆਹ ਲਈਏ ਫੇਰ ਅੰਮ੍ਰਿਤ ਛਕ ਲਾਂਗੇ। ਜੇ ਕੀ ਹੋਣ ਲੱਗਿਆ, ਬੜੀ ਉਮਰ ਪਈ ਆ, ਕੀ ਹੋਣ ਲੱਗਿਆ? ਜੇ ਛਕ ਲਾਂਗੇ ਅੰਮ੍ਰਿਤ, ਬਣ ਜਾਗੇ ਗੁਰੂ ਵਾਲੇ, ਜਪ ਲਾਂਗੇ ਨਾਮ। ਨਹੀਂ, ਕਹਿੰਦੇ ਪਤਾ ਨਹੀਂ ਇਹ ਸਵਾਸ ਆਵੇ ਕਿ ਨਾ ਆਵੇ। ਜਿਵੇਂ ਧਰੂ ਤੇ ਪ੍ਰਹਿਲਾਦ ਨੇ ਬਚਪਨ ਵਿੱਚ ਹੀ ਜਪਣਾ ਸ਼ੁਰੂ ਕੀਤਾ, ਭਾਵਨਾ ਕਰਕੇ ਜਪਣਾ ਸ਼ੁਰੂ ਕੀਤਾ, ਤੇ ਅੱਜ ਉਹਨਾਂ ਦੋਨਾਂ ਭਗਤ ਸਾਹਿਬਾਨਾਂ ਦਾ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਦਰਜ ਹੈ। ਕਹਿੰਦੇ ਐਂ ਜਪੀ, ਸਮਾਂ ਨਾ ਵੇਖੀ ਵੀ ਉਮਰ ਕੋਈ ਨਹੀਂ, ਬੜਾ ਸਮਾਂ ਪਿਆ, ਬੜੀ ਉਮਰ ਅਜੇ ਪਈ ਆ, ਜਪ ਲਾਂਗੇ। ਨਹੀਂ, ਕਹਿੰਦੇ ਹੁਣੇ ਤੋਂ ਜਪਣਾ ਸ਼ੁਰੂ ਕਰ। ਤੇ ਜਪੀ ਵੀ ਐ, ਭਰੋਸਾ ਤੇਰੇ ਕੋਲੇ ਇੰਨਾ ਹੋਣਾ ਚਾਹੀਦਾ ਜਿਵੇਂ ਧਰੂ ਤੇ ਪ੍ਰਹਿਲਾਦ ਦੇ ਅੰਦਰ ਭਰੋਸਾ ਸੀ। ਪ੍ਰਹਿਲਾਦ ਭਗਤ ਹਰਨਾਕਸ਼ ਦੇ ਘਰ ਪੈਦਾ ਹੁੰਦਾ ਹੈ। ਹਰਨਾਕਸ਼ ਵਰ ਲੈ ਲੈਂਦਾ 8 ਤੇ ਆਪਣੇ ਆਪ ਨੂੰ ਕਹਿ ਦਿੰਦਾ ਹੁਣ ਮੈਂ ਮਰਾਂਗਾ ਨਹੀਂ, ਅਮਰ ਹੋ ਗਿਆ ਹੁਣ ਮੈਂ। ਫਿਰ ਲੋਕਾਂ ਤੋਂ, ਦੁਨੀਆ ਤੋਂ, ਪਰਜਾ ਨੂੰ ਕਹਿੰਦਾ ਕਿ ਤੁਸੀਂ ਹੁਣ ਕਹੋ ਥਲੇ ਹਰਨਾਕਸ਼ ਜਲੇ ਹਰਨਾਕਸ਼। ਕਹਿੰਦੇ ਕੋਈ ਰੱਬ ਨਹੀਂ, ਕੋਈ ਪਰਮਾਤਮਾ ਨਹੀਂ, ਹੁਣ ਮੈਂ ਹੀ ਮੈਂ ਹਾਂ। ਪਰ ਉਹਦੇ ਘਰ ਦੇ ਵਿੱਚ ਭਗਤ ਪ੍ਰਹਿਲਾਦ ਜੀ ਪੈਦਾ ਹੁੰਦੇ ਨੇ, ਔਰ ਉਹ ਭਗਤ ਪ੍ਰਹਿਲਾਦ ਉਸ ਰਾਮ ਦੇ ਉਪਾਸ਼ਕ ਨੇ, ਉਸ ਅਕਾਲ ਪੁਰਖ ਦਾਤੇ ਪਰਮੇਸ਼ਰ ਨੂੰ ਜਪਣ ਵਾਲੇ ਦੇ। ਕਿੰਨੀਆਂ ਯਾਤਨਾਵਾਂ ਦਿੱਤੀਆਂ, ਕਿੰਨੇ ਡੰਡ ਦੇਣੇ ਕੀਤੇ, ਕਿੰਨੇ ਤਸੀਹੇ ਦੇਣੇ ਕੀਤੇ, ਪਰ ਭਗਤ ਪ੍ਰਹਿਲਾਦ ਜੀ ਆਪਣੇ ਅਕੀਦੇ ਤੋਂ ਡੋਲੇ ਨਹੀਂ। ਭਰੋਸਾ ਸੀ। ਬਸ ਕਹਿੰਦੇ ਇੱਦਾਂ ਦਾ ਭਰੋਸਾ ਹੋਵੇ ਤੇਰੇ ਅੰਦਰ, ਜਿਵੇਂ ਧਰੂ ਦੇ ਅੰਦਰ ਭਰੋਸਾ ਸੀ, ਪ੍ਰਹਿਲਾਦ ਭਗਤ ਦੇ ਅੰਦਰ ਭਰੋਸਾ ਸੀ। ਬਸ ਹੁਣੇ ਤੋਂ ਇਹ ਮਿਰਗੇ ਜਿੰਦੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰ, ਐ ਤੂੰ ਸਿਮਰਿਆ ਕਰ। ਅਗਲੀ ਗੱਲ ਹੁਣ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ ਸਾਹ ਪਰਿਵਾਰ ਚੜਾਇਆ ਬੇੜੇ, ਹੇ ਮੇਰੇ ਦਾਤਾ ਮੈਂ ਤੈਨੂੰ ਐ ਸਿਮਰਾਂ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਤੈਨੂੰ ਸਿਮਰਿਆ। ਤੇ ਹੇ ਦੀਨਾ ਉੱਤੇ ਦਇਆ ਕਰਨ ਵਾਲੇ ਮੇਰੇ ਦਾਤਾ ਜੀ, ਤੇਰੀ ਮਿਹਰ ਦੀ ਆਸ ਤੇ ਮੈਂ ਆਪਣਾ ਸਾਰਾ ਹੀ ਪਰਿਵਾਰ, ਦੀਨ ਦਿਆਲ ਭਰੋਸੇ ਤੇਰੇ, ਕਿਉਂ ਗੱਲ ਤਾਂ ਭਰੋਸੇ ਦੀ ਸੀ ਨਾ। ਤੇ ਦਾਤਾ ਮੇਰੇ ਅੰਦਰ ਵੀ ਇੰਨਾ ਭਰੋਸਾ ਪਰਪੱਕ ਹੋ ਗਿਆ ਕਿ ਮੈਂ ਆਪਣਾ ਸਾਰਾ ਹੀ ਪਰਿਵਾਰ ਤੇਰੇ ਨਾਮ ਰੂਪੀ ਜਹਾਜ਼ ਦੇ ਉੱਤੇ ਚੜਾ ਦਿੱਤਾ ਜੀ। ਇੱਥੇ ਹੁਣ ਪਰਿਵਾਰ ਦੇ ਜਦੋਂ ਅਰਥ ਕਰਾਂਗੇ ਨਾ ਜੀ ਆਪਾਂ, ਤੇ ਇੱਥੇ ਅਰਥ ਕਰਾਂਗੇ ਸਾਡੇ ਗਿਆਨ ਇੰਦਰੇ।
ਭਾਵ ਕਿ ਜੀਵ, ਅੱਖ, ਕੰਨ ਆਦਿਕ ਸਭ ਗਿਆਨ ਇੰਦਰੀਆਂ ਨੂੰ ਤੇਰੀ ਸਿਫਤ ਸਲਾਹ ਦੇ ਵਿੱਚ ਮੈਂ ਜੋੜ ਦਿੱਤਾ ਹੈ। ਹੁਣ ਕਈ ਵਾਰ ਹੁੰਦਾ ਹੈ ਇੱਕ ਪਰਿਵਾਰ ਵਿੱਚ ਕੋਈ ਇੱਕ ਨਾਮ ਜਪਣ ਵਾਲਾ ਪੈਦਾ ਹੋ ਗਿਆ ਤੇ ਉਸੇ ਪਰਿਵਾਰ ਦੇ ਵਿੱਚ ਦੂਜਾ ਨਾਸਤਿਕ ਵੀ ਪੈਦਾ ਹੋਵੇਗਾ, ਕੋਈ ਨਾਸਤਿਕ ਵੀ ਹੋਵੇਗਾ ਮੇਰੇ ਵਰਗਾ। ਪਰ ਇੱਥੇ ਜਦੋਂ ਪਰਿਵਾਰ ਦੀ ਗੱਲ ਕਰਾਂਗੇ ਤਾਂ ਇੱਥੇ ਸਾਡੇ ਗਿਆਨ ਇੰਦਰੀਆਂ ਦੀ ਗੱਲ ਆਵੇਗੀ। ਆ ਜੀਵ, ਨੱਕ, ਕੰਨ ਆਦਿਕ ਦਾਤਾ ਸਭ ਗਿਆਨ ਇੰਦਰੀਆਂ ਨੂੰ ਮੈਂ ਤੇਰੀ ਸਿਫਤ ਸਲਾਹ ਦੇ ਵਿੱਚ ਜੋੜ ਦਿੱਤਾ ਹੈ। ਰਹਾਉ ਜਾਂ ਤਿਸ ਭਾਵੈ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਹੁਣ ਭਗਤ ਸਾਹਿਬ ਜੀ ਕਹਿਣ ਲੱਗੇ, ਭਾਈ ਜਦੋਂ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਨੂੰ ਭਾਉਂਦਾ ਹੈ ਤਾਂ ਉਹ ਇਸ ਸਾਰੇ ਪਰਿਵਾਰ ਤੋਂ, ਆ ਪਰਿਵਾਰ ਕਿਹੜਾ, ਜਿਹੜੇ ਸਾਡੇ ਅੰਦਰ ਦੇ ਗਿਆਨ ਇੰਦਰੀ ਨੇ, ਅੱਖ, ਕੰਨ, ਨਾ ਆਦਿਕ, ਕਹਿੰਦੇ ਸਾਰੇ ਪਰਿਵਾਰ ਤੋਂ ਉਹ ਫਿਰ ਆਪਣਾ ਹੁਕਮ ਮਨਾਉਂਦਾ ਹੈ। ਭਾਵ ਕਿ ਇਹਨਾਂ ਗਿਆਨ ਇੰਦਰੀਆਂ ਦੇ ਪਾਸੋਂ ਫਿਰ ਉਹ ਦਾਤਾ ਉਹੀ ਕੰਮ ਕਰਾਉਂਦਾ ਜਿਸ ਕੰਮ ਲਈ ਉਹਨੇ ਇਹ ਇੰਦਰੀ ਬਣਾਈ। ਹੇ ਨੇਤਰੋ ਮੇਰਿਓ ਹਰ ਤੁਮੈ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਨਦਰੀ ਹਰ ਨਿਹਾਲਿਆ। ਹੇ ਸਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਇਹ ਸਾਰੇ ਗਿਆਨ ਇੰਦਰੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਜੀ। ਆਨੰਦ ਸਾਹਿਬ ਜੀ ਦੇ ਅੰਦਰ ਕਿਹਾ, ਸਾਰੇ ਨੇਤਰਾਂ ਨੂੰ ਕਿਹਾ, ਰਸਨਾ ਨੂੰ ਕਿਹਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਾ ਜਾਏ, ਹੋਰ ਤੇ ਕਿਤੇ ਜਿਚਰ ਹਾਰਸ ਪੱਲੇ ਨਾ ਪਾਏ। ਕਹਿੰਦੇ ਐ ਤੇਰੀ ਪਿਆਸ ਥੋੜਾ ਜਾਣ ਲੱਗੀ ਹੈ, ਇਹ ਤੇਰੀ ਪਿਆਸ ਉਹਦੇ ਖਤਮ ਹੋਵੇਗੀ ਜਿੱਦੇ ਉਸ ਅਕਾਲ ਪੁਰਖ ਪਰਮੇਸ਼ਰ ਨਾ ਦੇ ਨਾਮ ਰਸ ਨੂੰ ਮਾਣੇ। ਕੰਨਾਂ ਨੂੰ ਕਿਹਾ, ਤੈਨੂੰ ਕਿਉਂ ਲਾਇਆ ਸਰੀਰ ਦੇ ਨਾਲ? ਇਸ ਕਰਕੇ ਲਾਇਆ ਕਿ ਤੂੰ ਉਸ ਅਕਾਲ ਪੁਰਖ ਦਾਤੇ ਦੀ ਨਾਮ ਬਾਣੀ ਸਰਵਣ ਕਰ। ਅੱਖਾਂ ਨੂੰ ਕਿਹਾ, ਤੈਨੂੰ ਕਿਉਂ ਲਾਇਆ? ਤੂੰ ਉਸ ਦਾਤੇ ਦੇ ਦਰਸ਼ਨ ਕਰਿਆ ਕਰ। ਇਸ ਕਰਕੇ ਇਹ ਉਹ ਸਾਰੇ ਗਿਆਨ ਇੰਦਰੀ। ਭਗਤ ਸਾਹਿਬ ਜੀ ਕਹਿਣ ਲੱਗੇ, ਭਾਈ ਕਹਿੰਦੇ ਦਾਤਾ ਸਭ ਪਰਿਵਾਰ ਜਿਹੜਾ ਸੀ ਨਾ ਮੇਰੇ ਗਿਆਨ ਇੰਦਰੀ, ਉਹ ਮੈਂ ਤੇਰੇ ਨਾਮ ਰੂਪੀ ਜਹਾਜ਼ ਦੇ ਉੱਤੇ ਚੜਾ ਦਿੱਤੇ ਨੇ। ਹੁਣ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਕਹਿਣ ਲੱਗੇ, ਹੇ ਦਾਤਾ ਜਦੋਂ ਤੈਨੂੰ ਭਾਉਂਦਾ, ਭਾਵ ਕਿ ਜਦੋਂ ਅਕਾਲ ਪੁਰਖ ਨੂੰ ਭਾਉਂਦਾ ਉਹਨੂੰ ਚੰਗਾ ਲੱਗੇ, ਇਹ ਸਾਰੇ ਪਰਿਵਾਰ ਤੋਂ ਆਪਣਾ ਹੁਕਮ ਮਨਾਉਂਦਾ। ਸਾਰਾ ਪਰਿਵਾਰ ਭਾਵ ਕਿ ਸਾਰੇ ਗਿਆਨ ਇੰਦਰੀਆਂ ਤੋਂ ਆਪਣਾ ਹੁਕਮ ਮਨਾ ਲੈਂਦਾ। ਭਾਵ ਕਿ ਇਹਨਾਂ ਇੰਦਰੀਆਂ ਦੇ ਪਾਸੋਂ ਉਹ ਅਕਾਲ ਪੁਰਖ ਪਰਮਾਤਮਾ ਉਹੀ ਕਰਮ ਕਰਾਉਂਦਾ ਹੈ ਜਿਸ ਕਰਮ ਕਰਕੇ ਉਸ ਦਾਤੇ ਨੇ ਇਹ ਗਿਆਨ ਇੰਦਰੀ ਬਣਾਏ ਹੋਏ ਨੇ। ਤੇ ਫਿਰ ਇਸ ਤਰ੍ਹਾਂ ਸਾਰੇ ਪੂਰਨ ਨੂੰ, ਇਹਨਾਂ ਸਭ ਭਾਵ ਇੰਦਰੀਆਂ ਨੂੰ ਵਕਾਰਾਂ ਦੀਆਂ ਲਹਿਰਾਂ ਤੋਂ ਉਹ ਅਕਾਲ ਪੁਰਖ ਦਾਤਾ ਕਿਰਪਾ ਕਰਕੇ ਫਿਰ ਬਚਾ ਲੈਂਦਾ ਹੈ। ਇਸ ਬੇੜੇ ਕੋ ਪਾਰ ਲੰਘਾਵੇ, ਫਿਰ ਇਹਨਾਂ ਸਾਰੇ ਗਿਆਨ ਇੰਦਰੀਆਂ ਨੂੰ ਵਕਾਰਾਂ ਦੀਆਂ ਲਹਿਰਾਂ ਵਿੱਚ ਡੁੱਬਣ ਨਹੀਂ ਦਿੰਦਾ। ਕਿਉਂਕਿ ਤਾਂ ਵੈਸੇ ਤਾਂ ਜਿਹੜੇ ਸਾਡੇ 9 ਦਰਵਾਜ਼ੇ ਨੇ, ਨਵੇਂ ਛਿਦਰ ਸਰਵੇ ਅਪਵਿੱਤਰਾ, ਇਹਨਾਂ 9 ਦੇ ਵਿੱਚੋਂ ਹੀ ਹਮੇਸ਼ਾ ਮੈਲ ਰਿਸਦੀ ਹੈ। ਭਾਵ ਕਿ ਹਮੇਸ਼ਾ ਇਹ ਮੰਦ ਕਰਮਾਂ ਵਿੱਚ ਪੈ ਜਾਂਦੇ ਨੇ, ਅਪਵਿੱਤਰ ਰਹਿੰਦੇ ਨੇ। ਪਰ ਜੇ ਉਹ ਅਕਾਲ ਪੁਰਖ ਪਰਮਾਤਮਾ ਨੂੰ ਚੰਗਾ ਲੱਗੇ, ਉਹ ਦਾਤੇ ਨੂੰ ਭਾ ਜਾਵੇ, ਇਸ ਸਾਰੇ ਪੂਰਨ ਨੂੰ, ਇਹਨਾਂ ਸਭ ਇੰਦਰੀਆਂ ਨੂੰ ਵਕਾਰਾਂ ਦੀਆਂ ਲਹਿਰਾਂ ਤੋਂ ਉਹ ਦਾਤਾ ਕਿਰਪਾ ਕਰਕੇ ਬਚਾ ਲੈਂਦਾ ਹੈ। ਅੱਗੇ ਭਗਤ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ, ਭਾਈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਝੂਕ ਗਈ ਫਿਰ ਆਵਣ ਜਾਨੀ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਕਰਕੇ ਭਾਈ ਸਤਿਗੁਰੂ ਦੀ ਹੋ ਆਵੇ ਕਿਰਪਾ, ਨਦਰੇ ਕਰਮ ਹੋ ਜਾਵੇ ਕਿਰਪਾ ਨਾਲ। ਜਿਸ ਮਨੁੱਖ ਦੇ ਅੰਦਰ ਐਸੀ ਬੁੱਧ ਕਿਹੜੀ? ਧਰੂ ਪ੍ਰਹਿਲਾਦ ਜਪੇ ਹਰ ਜੈਸੇ।
ਐਸੀ ਭਰੋਸਾ ਵੱਧ ਜਾਵੇ, ਐਸੀ ਭਰੋਸੇ ਵਾਲੀ ਭਾਵਨਾ ਬਣ ਜਾਵੇ, ਐਸੀ ਮਤ ਅੰਦਰ ਪ੍ਰਗਟ ਹੋ ਜਾਵੇ। ਸਤਿਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਅਜਿਹੀ ਬੁੱਧ ਪ੍ਰਗਟ ਭਾਵ ਅਕਲ ਪ੍ਰਗਟ ਹੋ ਜਾਵੇ, ਭਾਵ ਜਿਹੜਾ ਮਨੁੱਖ ਸਾਰੇ ਇੰਦਰੀਆਂ ਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਦਾ ਹੈ, ਭਗਤ ਸਾਹਿਬ ਜੀ ਕਹਿੰਦੇ ਚੂਕ ਗਈ ਫਿਰ ਆਮਣ ਚਾੜੀ, ਉਹਦਾ ਆਉਣਾ ਤੇ ਜਾਣਾ ਖਤਮ ਹੋ ਗਿਆ ਜੀ। ਭਾਵ ਕਿ ਉਸ ਦਾ ਮੁੜ ਮੁੜ ਕੇ ਜੰਮਣਾ ਤੇ ਮਰਨਾ ਹੀ ਖਤਮ ਹੋ ਗਿਆ। ਉਸ ਅਕਾਲ ਪੁਰਖ ਪ੍ਰਮਾਤਮਾ ਵਿੱਚ ਇਉਂ ਲੀਨ ਹੋ ਗਿਆ ਜਿਉਂ ਪਾਣੀ ਵਿੱਚ ਪਾਣੀ। ਹਰ ਹਰ ਜੰਦੂ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੀ। ਉਸ ਪ੍ਰਮਾਤਮਾ ਵਿੱਚ ਆਪਣੇ ਮੂਲ ਐ ਉਸ ਦਾਤੇ ਦੇ ਅੰਦਰ ਇੱਕਮਿਕ ਹੋ ਗਿਆ, ਜਿਵੇਂ ਪਾਣੀ ਅੰਦਰ ਪਾਣੀ ਨੂੰ ਮਿਲਾ ਦਿੱਤਾ ਜਾਵੇ, ਭਾਵ ਕਿ ਉਹਦਾ ਜਨਮ ਅਤੇ ਮਰਨ ਦਾ ਗੇੜ ਹੀ ਖਤਮ ਹੋ ਜਾਂਦਾ ਹੈ। ਅੱਗੇ ਹੁਣ ਭਗਤ ਸਾਹਿਬ ਜੀ ਕਹਿਣ ਲੱਗੇ ਖੀਰਲੀ ਪਾਵਨ ਪੰਕਤੀ, ਕਹੋ ਕਬੀਰ ਭਜ ਸਾਰੰਗ ਪਾਣੀ, ਔਰ ਵਾਰ ਪਾਰ ਸਭ ਏਕੋ ਦਾਨੀ। ਤੇ ਅਖੀਰ ਵਿੱਚ ਭਗਤ ਸਾਹਿਬ ਜੀ ਨੇ ਕਹਿ ਦਿੱਤਾ, ਭਾਈ ਵੇਖਿਓ ਕਿਸੇ ਭੁਲੇਖੇ ਵਿੱਚ ਨਾ ਪੈ ਜਿਓ ਕਿ ਧਰੂ ਨੇ ਕਿਸੇ ਹੋਰ ਨੂੰ ਜਪਿਆ, ਪ੍ਰਹਿਲਾਦ ਨੇ ਕਿਸੇ ਹੋਰ ਨੂੰ ਜਪਿਆ। ਕਿਉਂਕਿ ਮੈਂ ਤਾਂ ਬੇਨਤੀ ਕਰਦਾ, ਜਿੰਨੇ ਘਰ ਦੇ ਜੀ ਉਨੇ ਸਾਡੇ ਦੇਵਤੇ ਬੜੇ ਹੁੰਦੇ ਆ, ਅਲੱਗ ਅਲੱਗ ਅਸੀਂ ਪੂਜਾ ਕਰਦੇ ਸਾਰਿਆਂ ਦੀ, ਪਰ ਸਿੱਖ ਨੂੰ ਤਾਂ ਹੁਕਮ ਇੱਕ ਹੀ ਆ ਜੀ। ਕਹਿੰਦੇ ਖਾਲਸਾ ਜਿਹੜਾ ਅਕਾਲ ਦਾ ਪੁਜਾਰੀ ਹੈ, ਅਕਾਲ ਜਿਹੜਾ ਕਾਲ ਤੋਂ ਰਹਿਤ ਆ, ਤੇ ਕਾਲ ਦਾ ਅਰਥ ਨੇ ਮੌਤ, ਤੇ ਮੌਤ ਤੋਂ ਰਹਿਤ ਕੌਣ ਆ ਜੀ? ਖੁਦ ਪਰਮੇਸ਼ਰ ਅਕਾਲ ਪੁਰਖ ਪ੍ਰਮਾਤਮਾ। ਤੇ ਖਾਲਸਾ ਉਸ ਦਾਤੇ ਦੀ ਮੌਤ 'ਚੋਂ ਪ੍ਰਗਟ ਹੋਇਆ, ਤੇ ਉਸੇ ਦਾ ਪੁਜਾਰੀ ਹੋਣਾ ਚਾਹੀਦਾ ਸਾਨੂੰ। ਹਾਂ, ਇੱਕ ਬੇਨਤੀ ਮੈਂ ਕਰਦਾ, ਚਲੋ ਜਿਨ੍ਹਾਂ ਨੇ ਅੰਮ੍ਰਿਤਪਾਨ ਨਹੀਂ ਕੀਤਾ ਉਹਨਾਂ ਨੂੰ ਆਪਾਂ ਕਹਿ ਦਈਏ ਵੀ ਇਹਨਾਂ ਨੂੰ ਕਿਸੇ ਗੱਲ ਦਾ ਕੋਈ ਭੁਲੇਖਾ ਹੋ ਸਕਦਾ, ਇਹਨਾਂ ਨੂੰ ਕਿਸੇ ਨੇ ਸਮਝਾਇਆ। ਉਹ ਕਹਿ ਵੀ ਸਕਦੇ ਵੀ ਮੈਨੂੰ ਕਿਹੜਾ ਕਿਸੇ ਨੇ ਸਮਝਾਇਆ ਵੀ ਤੂੰ ਭਾਈ ਕਬਰਾਂ 'ਤੇ ਮੱਥੇ ਨਹੀਂ ਟੇਕਣੇ, ਤੂੰ ਮੜੀਆਂ 'ਤੇ ਦੀਵੇ ਨਹੀਂ ਜਗਾਉਣੇ, ਤੂੰ ਵਰਤ ਨਹੀਂ ਰੱਖਣੇ। ਚਲੋ ਮੰਨ ਲੈਂਦੇ ਆ, ਪਰ ਜਿਹੜਾ ਅੰਮ੍ਰਿਤਧਾਰੀ ਹੋਵੇ ਉਹ ਤਾਂ ਜਦੋਂ ਅੰਮ੍ਰਿਤਪਾਨ ਕਰਾਉਂਦੇ ਨੇ ਪੰਜ ਪਿਆਰੇ ਸਾਹਿਬਾਨ, ਉਦੋਂ ਸਾਰੀਆਂ ਜਿੰਨੀਆਂ ਵੀ ਮਰਿਆਦਾ ਦੱਸਦੇ ਨੇ ਕਿ ਭਾਈ ਅੱਜ ਤੋਂ ਤੇਰਾ ਪਿਛਲਾ ਜਨਮ, ਤੂੰ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦਾ ਸਾ, ਤੇਰਾ ਪਿਛਲਾ ਜਨਮ ਖਤਮ ਹੋ ਗਿਆ। ਅੱਜ ਸਤਿਗੁਰ ਕੇ ਜਨਮੇ ਗਵਨ ਮਟਾਇਆ, ਅੱਜ ਤੇਰਾ ਜਨਮ ਸਤਿਗੁਰੂ ਦੇ ਘਰ ਵਿੱਚ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਵਿੱਚ ਹੋ ਗਿਆ। ਅੱਜ ਉਹ ਤੇਰਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰੀ ਮਾਤਾ ਸਾਹਿਬ ਦੇਵਾਂ ਜੀ, ਤੇ ਫਿਰ ਨਾਲ ਦੱਸ ਦਿੱਤੇ ਜਾਂਦਾ ਕਿ ਅੱਜ ਤੋਂ ਭਾਈ ਤੂੰ ਕਿਸੇ ਕਬਰ 'ਤੇ ਮੱਥਾ ਨਹੀਂ ਟੇਕਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੋਂ ਬਿਨਾਂ ਕਿਸੇ ਦੇ ਅੱਗੇ ਤੂੰ ਮੱਥਾ ਨਹੀਂ ਟੇਕਣਾ। ਪਰ ਅਫਸੋਸ ਇਸ ਗੱਲ ਦਾ ਆਉਂਦਾ ਹੈ ਜਦੋਂ ਇਹਨਾਂ ਅੱਖਾਂ ਦੇ ਨਾਲ ਫਿਰ ਜਦੋਂ ਕਬਰਾਂ 'ਤੇ ਸਭ ਤੋਂ ਜ਼ਿਆਦਾ ਮੱਥਾ ਟੇਕਦੇ ਹੀ ਅੰਮ੍ਰਿਤਧਾਰੀਆਂ ਨੂੰ ਵੇਖੀਦਾ ਵੀ ਭਲਿਆ ਤੈਨੂੰ ਤਾਂ ਪੰਜ ਪਿਆਰਿਆਂ ਨੇ ਸਮਝਾਇਆ ਨਾ ਵੀ ਨਹੀਂ ਜਾਣਾ। ਜਿਹਨੇ ਨਹੀਂ ਅੰਮ੍ਰਿਤਪਾਨ ਕੀਤਾ ਗੱਲ ਛੱਡ ਦਿਓ, ਉਹਨੂੰ ਨਾ ਕਹਿ ਦੂਗਾ ਵੀ ਮੈਨੂੰ ਪਤਾ ਨਹੀਂ ਸੀ, ਬੇਸ਼ੱਕ ਮੈਂ ਸਿੱਖ ਘਰ ਵਿੱਚ ਪੈਦਾ ਹੋ ਗਿਆ, ਮੈਨੂੰ ਨਹੀਂ ਪਤਾ ਸੀ। ਪਰ ਜਿਹਨੇ ਅੰਮ੍ਰਿਤਪਾਨ ਕੀਤਾ ਹੋਵੇ ਉਹ ਤਾਂ ਇਹ ਗੱਲ ਨਹੀਂ ਨਾ ਕਹਿ ਸਕਦਾ ਵੀ ਮੈਨੂੰ ਕਿਹੜਾ ਪਤਾ ਸੀ। ਉਹਨੂੰ ਤਾਂ ਅੰਮ੍ਰਿਤਪਾਨ ਕਰਨ ਤੋਂ ਬਾਅਦ ਪੰਜ ਪਿਆਰੇ ਸਾਹਿਬਾਨਾਂ ਨੇ ਦੱਸ ਦੇਣੀ ਸਾਰੀ ਗੱਲ। ਪੁੱਠਾ ਨਹੀਂ ਖਾਣਾ, ਭੱਦਣ ਨਹੀਂ ਕਰਾਉਣਾ, ਇਹ ਸਾਰੀਆਂ ਚਾਰ ਬੱਜਰ ਕਰਿਆਤਾਂ ਉਹ ਵੀ ਦੱਸ ਦੇਣੀਆਂ ਨੇ। ਫਿਰ ਕਿੱਥੇ ਜਾਣਾ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਣਾ। ਅਸੀਂ ਫੇਰ ਵੀ ਹੱਥਾਂ ਦੇ ਵਿੱਚ ਤੇਲ ਫੜੇ ਹੁੰਦੀਆਂ ਸੀਸੀਆਂ 'ਤੇ ਜਾਂਦੇ ਹਾਂ ਕਬਰਾਂ 'ਤੇ ਮੱਥੇ ਟੇਕਣ ਤੇ ਚਿਰਾਗ ਜਗਾਉਣ। ਸਮਝ ਨਹੀਂ ਆਈ ਕਿ ਸਾਡੇ ਪ੍ਰਚਾਰ 'ਚ ਘਾਟਾ ਕਿ ਜਾਂ ਇਹਨਾਂ ਦੀ ਅਕਲ 'ਚ ਘਾਟਾ। ਮੈਂ ਤਾਂ ਸਿੱਧੀ ਗੱਲ ਕਹਾਂ,
पर मैं जिथों तक गल करा प्रचार च घाटा नहीं, साड़ी अकल च साडे भरोसे च घाटा है। इसे करके भगत साहब जी कहते जे जपना है तो भरोसा तेरे को इन्ना परपक्क होवे जिवें ध्रुव का भरोसा सी ते प्रहलाद का भरोसा सी। अमृत पान कर चलिया, भरोसा रख के जा गुरु ते, अज तो बाद मैं गुरु नूं समर्पित वां, मैनू कोई दुख कोई तकलीफ आ जाए मैं धन गुरु ग्रंथ साहिब महाराज तो बिना कदे किसी के अगे सिर नहीं झुकावांगा। धन गुरु ग्रंथ साहिब महाराज तो बिना मैं किसी को मन्नागा नहीं। ये भरोसा लैके तुरे ध्रुव ते प्रहलाद ते इसे भरोसे करके अज का शब्द भगत कबीर साहिब कहते राम जपो जी ऐसे ऐसे ध्रुव प्रहलाद जपिओ हर जैसे। इस भरोसे दे नाल जपी ते जिद्दे ये तेरे कोले भरोसा होवेगा उदे दुनिया का कोई भी दुख तेरे नेड़े नहीं टुक सकेगा। कारण साडे अंदर वो नींह नहीं बच सकी अजे तक, वो भरोसा नहीं साडे अंदर पैदा हो सकिया। ते वो एक गल ये भी मैं बेनती करा, वो भरोसा होना कित्थों पैदा? वो भरोसा पैदा होवेगा जदों तुसी गुरबाणी नूं सरवण करोगे, कथा वार्ता सुनोगे ते मन समझावन कारणे कछुक पढ़िए ज्ञान। जदों इतिहास सरवण करोगे फिर तुहाडे अंदर उन्हां सिखां दे वांग जिहड़े परपक्क सन, भरोसे वाले सन, जीवन वाले सन, जदों उन्हां दीयां कथा कहानियां सुनोगे ना तुसी उहदे तुहाडे अंदर भी भरोसा पैदा होएगा। भगत साहब जी कहते जपना तो ऐ जपिया कर जिवें ध्रुव ने ते प्रहलाद ने जपिया जी, भरोसा रख के जपिया, भावना करके जपिया। नारद गया ध्रुव दे मगर चलिया गया। हुण नारद नूं पता लग्या बच्चा है, उम्र बहुत घट है, ते जाके उहनूं डराउणा कीता। कहंदा भी तू चलिया भगती करन, जंगल च चलिया, उत्थे कई तरह के मारू जानवर बैठे होणगे, ते तू घर मुड़ जा, तैनूं मैं राज दवा दिना अद्धा। उन्हें सोचा भी कहन लगे भी तू मैनूं डरा ना, मैं मुड़न वालिया चों नहीं, ते जे मैं हजे घरों तुरिया हाँ भगती सिमरन करन दे लई ते मैनूं अद्धे राज मिलण दी गल होगी, ते क्यों ना मैं जाके भगती बंदक सिमरन कर। नारद ने जाके राजे उतानपद नूं जाके गल कही भी तेरा पुत्र कित्थे आ? कहंदे वो अपने राज भाग दे लई वो जंगल विच भगती सिमरन करन लई गया है। राजे नूं भी हत्थां पैरां दी पै गई, छोटी उम्र बचपना है, फौजां भेजियां, आप मगर गया, पर भरोसा इन्ना सी। ध्रुव ने जवाब दे दिता वापस नहीं आए। सिमरन किया, बंदगी की, सारा राज भाग प्राप्त किया। ते अज भगत साहब जी ने सवाल ये करता, कहंदे जे भलिया जपना तो वह समा तू छड्ड भी कोई गल नहीं जप लांगे, बड़ा टाइम पिया जे की होण लग्या। कहंदे नहीं, जे जपना तो ध्रुव वांगू जपी, प्रहलाद वांगू जपी। एक तो बचपना है तो दूजा है भरोसा। भरोसा उन्हां वाला होवे तेरे अंदर। मैं फिर बेनती कर जावां, ਜਿਹੜੇ अमरधारी हैं, फिर मैं एक दोबारा रिपीट कर दिना, ਤੁਹਾਡੇ अंदर भरोसा उस दिन बनाउंदे ने पंज प्यारे साहिबान जिद्दे सानू अमृतपान कराउंदे ने, नाल सानू सारी मर्यादा दसदे ने, ते फिर भी साडे अंदर भरोसा ना होवे, फिर भी वे कबरां ते जाके मत्थे टेकीए, कबरां ते जाके दीवे जगाइए। हाँ जिहने नहीं अमृतपान कीता वो कह दे भी मैनू पता ही नहीं सी, मैनू किहड़ा किसी ने दस्सिया। चलो गल मैं मन लूँ भी ठीक आ भी इहनूं किहड़ा किसी ने दस्सिया, नहीं इहनूं पता। तो जिन्हें अमृत छकिया वो तो यह गल नहीं कह सकूगा भी मैनू किहड़ा किसी ने दस्सिया नहीं जी, उन्होंने तो पता है। तो पता होने के बावजूद भी भरोसा ही नहीं। भरोसा फिर कबरां ते, भरोसा फिर जाके मड़ियां मसाणा ते भी उत्थे जाके धूफ बत्तियां करो, उत्थे नक रगड़ो, उत्थे जाके दीवे जगाओ, पता नहीं की मिल जाना। मिलना फिर भी ऐस घर चों है, मिलना इत्थों ही है। इन्ना क भरोसा भगत साहब जी कहते रखो, इस भरोसे नाल जपिओ जिवें ध्रुव ते प्रहलाद ने जपना किया। आखिर में भगत साहब जी कह लगे, कहो कबीर पज सारंग पाणी
ਔਰ ਵਾਰ ਪਾਰ ਸਭ ਏਕੋ ਦਾਨੀ। ਕਹਿੰਦੇ ਹੇ ਕਬੀਰ ਆਖ, ਭਾਵ ਕਿ ਆਪਣੇ ਆਪ ਨੂੰ ਸਮਝਾ। ਹੁਣ ਭਗਤ ਸਾਹਿਬ ਜੀ ਕਹਿੰਦੇ ਹੁਣ ਆਪਣੇ ਆਪ ਨੂੰ ਸਮਝਾਉਣਾ ਕਰ। ਤੇ ਸਮਝਾਉਣਾ ਕੀ ਹੈ? ਕਹਿੰਦੇ ਕਹੇ ਕਬੀਰ ਭਜ। ਭਜ ਦੇ ਅਰਥ ਨੇ ਭਜਨਾ, ਭਜਨ ਕਰਨਾ, ਬੰਦਗੀ। ਭੱਜ ਨਹੀਂ, ਭੱਜ ਜਾਣਾ ਨਹੀਂ, ਭਜ ਭਜਨਾ, ਭਜਨ ਕਰਨਾ। ਕਹਿੰਦੇ ਆਪਣੇ ਆਪ ਨੂੰ ਸਮਝਾ ਕਿ ਸਾਰੰਗ ਪਾਣੀ, ਸਾਰੰਗ ਪਾਣ ਦੇ ਅਰਥ ਨੇ ਤਨੁੱਖ ਧਾਰੀ ਪ੍ਰਮਾਤਮਾ। ਕਹਿੰਦੇ ਉਸ ਪ੍ਰਮਾਤਮਾ ਨੂੰ ਸਿਮਰ। ਇਹ ਆਪਣੇ ਆਪ ਨੂੰ ਹੁਣ ਤੂੰ ਸਮਝਾਉਣਾ ਕਰ। ਫਿਰ ਕਿਵੇਂ? ਕਹਿੰਦੇ ਉਰ ਵਾਰ ਪਾਰ ਸਭ ਏਕੋ ਦਾਨੀ। ਅਤੇ ਉਰ ਵਾਰ ਤੇ ਪਾਰ ਭਾਵ ਕੇ ਲੋਕ ਤੇ ਪਰਲੋਕ। ਕਹਿੰਦੇ ਗੱਲ ਚੇਤੇ ਰੱਖੀ, ਲੋਕ ਤੇ ਪਰਲੋਕ ਵਿੱਚ ਹਰ ਥਾਂ ਉਹ ਉਸ ਇੱਕ ਪ੍ਰਭੂ ਨੂੰ ਹੀ ਜਾਣਨਾ ਕਰ। ਉਸ ਦਾਤੇ ਦਾ ਸਿਮਰਨ ਕਰ। ਇਹ ਆਪਣੇ ਆਪ ਨੂੰ ਸਮਝਾਉਣਾ ਕਰੀਏ। ਕਿਉਂ? ਕਿਉਂਕਿ ਕਹਿੰਦੇ ਉਹ ਦਾਤਾ ਲੋਕ ਦਾ ਵੀ ਉਹ ਆਪ ਮਾਲਕ ਤੇ ਪਰਲੋਕ ਦਾ ਵੀ ਆਪ ਮਾਲਕ ਹੈ। ਇਸ ਕਰਕੇ ਭਗਤ ਸਾਹਿਬ ਜੀ ਕਹਿੰਦੇ ਉਸ ਦਾਤੇ ਨੂੰ ਹਰ ਥਾਂ ਦੇ ਉੱਤੇ, ਲੋਕ ਅੰਦਰ ਵੀ ਤੇ ਪਰਲੋਕ ਅੰਦਰ ਵੀ, ਉਸ ਦਾਤੇ ਨੂੰ ਹਰ ਥਾਂ ਤੇ ਸਮਰੱਥ ਸਮਝ। ਹਰ ਥਾਂ ਤੇ ਉਸ ਦਾਤੇ ਨੂੰ ਜਾਣਨਾ ਕਰ। ਭਾਵ ਕਿ ਜੋ ਮਨੁੱਖ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਆਪਣੇ ਗਿਆਨ ਇੰਦਰੀਆਂ ਨੂੰ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਯਾਦ ਦੇ ਅੰਦਰ ਜੋੜਦਾ ਹੈ, ਉਹ ਸੰਸਾਰ ਸਮੁੰਦਰ ਦੀਆਂ ਵਕਾਰਾਂ ਦੀਆਂ ਲਹਿਰਾਂ ਤੋਂ ਬਚ ਕੇ ਨਿਕਲ ਜਾਂਦਾ ਹੈ। ਉਹਦੇ ਸਭ ਪਰਿਵਾਰ ਚੜਾਇਆ ਬੇੜੇ। ਦੀਨ ਦਿਆਲ ਭਰੋਸੇ ਤੇਰੇ, ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਦਾਤਾ, ਤੇਰੇ ਤੇ ਮੈਨੂੰ ਭਰੋਸਾ ਇੰਨਾ ਵੱਜ ਗਿਆ ਕਿ ਮੈਂ ਆਪਣਾ ਸਾਰਾ ਪਰਿਵਾਰ ਭਾਵ ਕੇ ਸਾਰੇ ਗਿਆਨ ਇੰਦਰੀ ਤੇਰੇ ਨਾਮ ਰੂਪੀ ਜਹਾਜ਼ ਦੇ ਉੱਤੇ ਚੜਾ ਦਿੱਤੇ। ਇੰਨਾ ਭਰੋਸਾ ਵੱਜ ਗਿਆ। ਕਹਿੰਦੇ ਭਾਈ ਜੋ ਮਨੁੱਖ ਸਤਿਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰੇ, ਆਪਣੇ ਮਨ ਤੇ ਆਪਣੇ ਗਿਆਨ ਇੰਦਰੀਆਂ ਨੂੰ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਯਾਦ ਅੰਦਰ ਜੋੜ ਲੈਂਦਾ ਹੈ, ਉਹ ਇਸ ਸੰਸਾਰ ਦੇ, ਇਸ ਮਾਤ ਲੋਕ ਦੇ ਵਿੱਚ, ਇਸ ਸੰਸਾਰ ਦੇ ਅੰਦਰ ਵਕਾਰਾਂ ਦੀਆਂ ਲਹਿਰਾਂ ਤੋਂ ਬਚ ਕੇ ਨਿਕਲ ਜਾਂਦਾ ਹੈ। ਉਹ ਕਦੇ ਫਿਰ ਇਹਨਾਂ ਵਕਾਰਾਂ ਦੀਆਂ ਲਹਿਰਾਂ ਵਿੱਚ ਡੁੱਬਦਾ ਨਹੀਂ। ਉਹ ਇਹਨਾਂ ਦੇ ਵਿੱਚੋਂ ਹਮੇਸ਼ਾ ਬਚ ਕੇ ਨਿਕਲਦਾ ਹੈ। ਤੇ ਜਦੋਂ ਇਹਨਾਂ ਵਿੱਚੋਂ ਵਕਾਰਾਂ 'ਚੋਂ ਬਚ ਕੇ ਨਿਕਲ ਗਿਆ ਤਾਂ ਫਿਰ ਅਖੀਰ ਵਿੱਚ ਕੀ ਹੋਵੇਗਾ? ਉਸ ਪਰਮਾਤਮਾ ਦੇ ਵਿੱਚ ਫਿਰ ਇੱਕਮਿਕ ਹੋ ਕੇ ਉਹਦਾ ਜਨਮ ਤੇ ਮਰਨ ਦਾ ਗੇੜ ਖਤਮ ਹੋ ਗਿਆ। ਇਸ ਤਰ੍ਹਾਂ ਉਹਦੀ ਸਾਰੀ ਭਟਕਣਾ ਜਿਹੜੀ ਹੈ ਉਹ ਫਿਰ ਮੁੱਕ ਜਾਂਦੀ ਹੈ ਜੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਸਾਧ ਸੰਗਤ ਜੀਓ, ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸਾਧ ਸੰਗਤ ਬਖਸ਼ਣਯੋਗ ਹੋ ਜੀ। ਹੋਈਆਂ ਅਨੇਕ ਭੁੱਲਾਂ ਨੂੰ ਬਖਸ਼ ਲੈਣਾ। ਆਓ ਆਨੰਦ ਸਾਹਿਬ 6 ਪੌੜੀਆਂ ਦਾ ਜਾਪ ਪ੍ਰੰਤ ਅਰਦਾਸ ਬੇਨਤੀ ਨਾਲ ਜੁੜਨਾ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਮਾਇਆ ਸਹਿ ਸੇਤੀ ਮਨ ਬੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਵੜਿਆਈਆਂ। ਸਭ ਦੂਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਏ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਰੋ ਤੂੰ ਮਨ ਮੇਰੇ ਦੁਖ ਸਭ ਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਤਬ ਨਾ ਗਲਾ ਸਮਰਾ ਸੁਆਮੀ ਸੁਖ ਮਨ ਵਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਧਿਆ ਨਾਹੀ ਕਰਤੇ ਨਾਹੀ। ਕਰਤਾ ਤੇਰਾ ਸਾਖ ਜਾ ਜਿਸ ਦੇ ਸੋ ਪਾਵੇ। ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਾਏ। ਸਾਚਾ ਨਾਮ ਮੇਰਾ ਅਨਾਰੂ ਸਾਚ ਨਾਮਦਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਕਰ ਛਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ। ਅਦਾ ਕੁਰਬਾਨ ਕੀਤਾ ਗੁਰ ਵਿਟਹੁ ਜੇ ਦੀਆਂ ਵਡਿਆਈਆਂ।
ਕਹੇ ਨਾਨਕ ਸੁਣੋ ਸੰਤ ਸਭ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰ। ਵਾਜੇ ਮੰਜ ਸਬਦਿਤ ਘਰ ਸੁਭਾਗਾਏ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰਨ ਧਾਰੀਆ। ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਹੋਰ ਕਰਮ ਮਾਇਆ ਤੁਧ ਜਨ ਕਲ ਤੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤਾਂ ਸੁਖ ਹੁਆ ਇਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਅਗਰ ਮਨੋਰਥ ਬੂਰੇ। ਆਰ ਬਰਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸਨ ਤਾਪ ਉਤਰੇ ਹੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਹੁਣ ਤੇ ਪਨੀਤ ਕਹਤੇ ਪਵਿੱਤ ਤਤ ਗੁਰ ਰਿਹਾ ਹਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਰੂਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਦਿਵਸ ਰਾਤ ਦੋਏ ਨਾਈ ਨਾਇਆ ਹਿਲੈ ਸਗਲ ਜਗਤ। ਜੰਗ ਆਈਆਂ ਬੁਰਿਆਈਆਂ ਵਾਚਾਈ ਧਰਮ ਦੂਰ। ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਾਇਆ।